ਵੈਲਕਮ 9th ਕਲਾਸ ਸਟੂਡੈਂਟਸ। ਬੇਟਾ ਅੱਜ ਆਪਾਂ ਕਰ ਰਹੇ ਹਾਂ ਚੈਪਟਰ ਨੰਬਰ 12 ਹੀਰੋ ਦਾ ਸੂਤਰ ਹੀਰੋਨਸ ਫਾਰਮੂਲਾ ਦੇ ਇੰਪੋਰਟੈਂਟ ਕੁਐਸਚਨਸ। ਸਾਰੇ ਕੁਐਸਚਨਸ ਨੂੰ ਬਹੁਤ ਧਿਆਨ ਨਾਲ ਦੇਖਣਾ, ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਦੇ ਰਹਿਣਾ। ਬੇਟਾ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਆਪਣੇ ਫਰੈਂਡਸ ਨੂੰ ਅਤੇ ਜੋ ਵੀ 9th ਦੇ ਵਿੱਚ ਤੁਹਾਡੇ ਕੋਈ ਰਿਲੇਟਿਵਸ ਪੜ੍ਹਦੇ ਆ, ਠੀਕ ਹੈ, ਉਹਨਾਂ ਨੂੰ ਵੀ ਵੀਡੀਓ ਸ਼ੇਅਰ ਕਰ ਦਿਆ ਕਰੋ, ਠੀਕ ਹੈ ਜੀ, ਤਾਂ ਕਿ ਉਹ ਬੱਚੇ ਵੀ ਤਿਆਰੀ ਕਰ ਸਕਣ ਵਧੀਆ ਤਰੀਕੇ ਨਾਲ। ਠੀਕ ਹੈ ਬੇਟਾ, ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਜਿਹੜਾ ਹੈ ਚੈਪਟਰ ਨੰਬਰ 12 ਹੀਰੋ ਦਾ ਸੂਤਰ। ਪਹਿਲਾ ਕੁਐਸਚਨ ਇੱਕ ਜਨਰਲ ਕੁਐਸਚਨ ਹੈ। ਦੇਖੋ, ਦੋ ਬਿੰਦੂਆਂ ਦੇ ਵਿਚਕਾਰ ਸਿੱਧੀ ਰੇਖਾ ਨੂੰ ਰੇਖਾ ਖੰਡ ਕਿਹਾ ਜਾਂਦਾ ਹੈ। ਸਟ੍ਰੇਟ ਲਾਈਨ ਬਿਟਵੀਨ ਟੂ ਪੁਆਇੰਟਸ ਇਜ਼ ਕਾਲਡ ਲਾਈਨ ਸੈਗਮੈਂਟ। ਸੋ ਯੈਸ, ਇਟ ਇਜ਼ ਟਰੂ। ਦੇਖੋ, ਦੋ ਬਿੰਦੂ ਨੇ ਤੁਹਾਡੇ ਕੋਲੇ, ਤੁਸੀਂ ਉਹਨਾਂ ਨੂੰ ਮਿਲਾਉਂਦੇ ਹੋ, ਇੱਕ ਸਿੱਧੀ ਰੇਖਾ ਬਣ ਜਾਂਦੀ ਹੈ, ਤਾਂ ਦੋ ਅੰਤ ਬਿੰਦੂ ਹੋ ਗਏ ਨਾ, ਰੇਖਾ ਖੰਡ ਹੀ ਬਣਿਆ, ਤਾਂ ਇਹਨੂੰ ਆਪਾਂ ਕੀ ਕਹਾਂਗੇ? ਸਹੀ, ਟਰੂ। ਅਗਲਾ ਕੁਐਸਚਨ, ਤਿੰਨ ਰੇਖਾ ਖੰਡਾਂ ਤੋਂ ਬਣੀ ਬੰਦ ਆਕ੍ਰਿਤੀ ਨੂੰ ਡੈਸ਼ ਕਹਿੰਦੇ ਹਨ। ਕਲੋਜ਼ਡ ਫਿਗਰ ਮੇਡ ਅਪ ਆਫ 3 ਲਾਈਨ ਸੈਗਮੈਂਟਸ ਇਜ਼ ਕਾਲਡ। ਤਾਂ 3 ਲਾਈਨ ਸੈਗਮੈਂਟਸ ਨੇ, ਕਲੋਜ਼ਡ ਫਿਗਰ ਹੈ, ਤਾਂ ਕੀ ਬਣ ਗਈ ਬੇਟਾ ਜੀ? ਤ੍ਰਿਭੁਜ, ਟ੍ਰਾਇੰਗਲ। ਦੇਖੋ ਅਗਲਾ, ਦੇਖੋ ਉਹ ਤ੍ਰਿਭੁਜ ਜਿਸ ਵਿੱਚ ਇੱਕ ਕੋਣ 90 ਡਿਗਰੀ ਦਾ ਹੁੰਦਾ ਹੈ ਉਸ ਨੂੰ ਸਮਕੋਣੀ ਤ੍ਰਿਭੁਜ ਆਖਦੇ ਹਨ। ਅ ਟ੍ਰਾਇੰਗਲ ਹੈਵਿੰਗ ਵਨ ਐਂਗਲ 90 ਡਿਗਰੀਜ਼ ਇਜ਼ ਕਾਲਡ ਰਾਈਟ ਐਂਗਲ ਟ੍ਰਾਇੰਗਲ। ਯੈਸ, ਇਟ ਇਜ਼ ਵੈਰੀ ਮਚ ਟਰੂ। ਜੇ 90 ਡਿਗਰੀ ਦਾ ਕੋਣ ਹੁੰਦਾ ਆਪਾਂ ਉਹਨੂੰ ਸਮਕੋਣੀ ਤਿਕੋਣ ਕਹਿੰਦੇ ਹੁੰਦੇ ਆ। ਨੈਕਸਟ ਕੁਐਸਚਨ, ਸਮਕੋਣੀ ਤਿਕੋਣ ਦਾ ਜਿਹੜਾ ਖੇਤਰਫਲ ਹੈ, ਏਰੀਆ ਆਫ ਰਾਈਟ ਐਂਗਲ ਟ੍ਰਾਇੰਗਲ, ਕਿਹਦੇ ਇਕੁਅਲ ਹੁੰਦਾ ਜੀ? 1/2 ਗੁਣਾ, ਯਾਦ ਆ ਗਿਆ ਨਾ? ਹਾਂਜੀ, ਤੁਸੀਂ ਕਹੋਗੇ ਆਧਾਰ ਗੁਣਾ ਲੰਬ, 1/2 ਇੰਟੂ ਬੇਸ ਇੰਟੂ ਪਰਪੈਂਡੀਕੂਲਰ। ਓਕੇ। ਸਮਕੋਣੀ ਤ੍ਰਿਭੁਜ ਦਾ ਪਰਿਮਾਪ, ਪੈਰੀਮੀਟਰ ਆਫ ਏ ਰਾਈਟ ਐਂਗਲਡ ਟ੍ਰਾਇੰਗਲ। ਤਾਂ ਬੇਟਾ ਜਦੋਂ ਆਪਾਂ ਰਾਈਟ ਐਂਗਲ ਟ੍ਰਾਇੰਗਲ ਬਣਾਉਂਦੇ ਆ ਤਾਂ 90 ਦੇ ਸਾਹਮਣੇ ਵਾਲੀ ਭੁਜਾ ਨੂੰ ਕੀ ਕਹਿੰਦੇ ਹੁੰਦੇ ਆ? ਕਰਣ। ਸਿੱਧੀ ਖੜੀ ਰੇਖਾ ਨੂੰ ਕੀ ਕਹਿੰਦੇ ਹੁੰਦੇ ਆ? ਲੰਬ। ਅਤੇ ਬੇਸ ਨੂੰ ਆਪਾਂ ਆਧਾਰ ਕਹਿੰਦੇ ਹੁੰਦੇ ਆ। ਠੀਕ ਹੈ। ਅਤੇ ਜਦੋਂ ਆਪਾਂ ਪੈਰੀਮੀਟਰ ਕੱਢਣਾ ਹੋਵੇ, ਘੇਰਾ ਕੱਢਣਾ ਹੋਵੇ, ਪਰਿਮਾਪ ਕੱਢਣਾ ਹੋਵੇ, ਤਾਂ ਆਪਾਂ ਤਿੰਨੋਂ ਭੁਜਾਵਾਂ ਦਾ ਜੋੜ ਹੀ ਕਰਦੇ ਹੁੰਦੇ ਆ ਨਾ। ਕਿ ਜਿਹੜੇ ਤ੍ਰਿਭੁਜ ਦਾ ਪਰਿਮਾਪ ਹੈ ਤਾਂ 3 ਭੁਜਾਵਾਂ ਦਾ ਜੋੜ ਕਰਦੇ ਹਾਂ, ਵਰਗ ਦਾ ਪਰਿਮਾਪ ਹੈ ਤਾਂ ਆਪਾਂ 4 ਭੁਜਾਵਾਂ ਦਾ ਜੋੜ ਕਰਦੇ ਹਾਂ, ਕਿਸੇ ਪੰਜਭੁਜ ਦਾ ਪਰਿਮਾਪ ਕੱਢਣਾ ਤਾਂ ਆਪਾਂ ਉਹਦੀਆਂ 5 ਭੁਜਾਵਾਂ ਦਾ ਜੋੜ ਕਰਦੇ ਹਾਂ। ਤਾਂ ਕਲੀਅਰ ਹੋ ਗਈ ਪਰਿਮਾਪ ਦੀ ਗੱਲ। ਤਾਂ ਇਹ ਵਾਲੀ ਜਿਹੜੀ ਤਿਕੋਣ ਸੀ ਇਹਦੇ ਕੋਲ ਤਾਂ ਆਪਣੇ ਆਪਣੇ ਨਾਮ ਨੇ ਭੁਜਾਵਾਂ ਦੇ, ਤਾਂ ਇਹਦੇ ਕੀ ਪਰਿਮਾਪ ਆਊਗਾ ਜੀ? ਕਰਣ ਪਲੱਸ ਆਧਾਰ ਪਲੱਸ ਲੰਬ। ਕਰਣ ਤਾਂ ਇਹਨੇ ਲਿਖ ਹੀ ਦਿੱਤਾ, ਆਪਾਂ ਲਿਖਣਾ ਹੈ ਲੰਬ ਤੇ ਆਧਾਰ। ਠੀਕ ਹੈ ਜੀ। ਬੇਸ, ਪਹਿਲਾਂ ਮੈਂ ਬੇਸ ਲਿਖਤਾ, ਤੁਸੀਂ ਪਰਪੈਂਡੀਕੂਲਰ ਵੀ ਲਿਖ ਸਕਦੇ ਹੋ। ਚਲੋ ਮੈਂ ਉੱਪਰ ਪਰਪੈਂਡੀਕੂਲਰ ਪਹਿਲਾਂ ਲਿਖਿਆ ਸੀ, ਪਰਪੈਂਡੀਕੂਲਰ ਐਂਡ ਬੇਸ। ਦੇਖੋ ਜੀ, ਇਹ ਬੇਸਿਕ ਗੱਲਾਂ ਕਲੀਅਰ ਹੋਈ ਜਾਂਦੀਆਂ ਨੇ। ਅਗਲਾ ਕੁਐਸਚਨ ਦੇਖੋ, ਇਹਦੇ ਵਿੱਚ ਇਹਨੇ ਕਿਹਾ ਜੇਕਰ ਕੋਣ ਏ ਦੇ ਸਨਮੁਖ ਭੁਜਾ BC ਬਰਾਬਰ A ਹੁੰਦਾ ਹੈ। ਹੁਣ ਦੇਖੋ ਕੋਣ ਕਿੱਥੇ ਹੈ? A ਆ ਸੀਗਾ A ਕੋਣ, ਤਾਂ ਇਹਦੇ ਸਾਹਮਣੇ ਜਿਹੜੀ ਭੁਜਾ ਹੈ ਉਹ BC ਭੁਜਾ ਹੈ, ਉਹਨੂੰ ਆਪਾਂ ਕਹਿੰਦੇ ਸਮੌਲ a ਕਹਿੰਦੇ ਹੁੰਦੇ ਆ। ਤਾਂ ਸਿਮਿਲਰਲੀ ਜਿਹੜੀ B ਦੇ ਸਾਹਮਣੇ ਭੁਜਾ ਹੈ ਜਾਂ C ਦੇ ਸਾਹਮਣੇ ਭੁਜਾ, ਆ B ਕੋਣ ਹੈ, ਇਹ C ਕੋਣ ਹੈ, ਤਾਂ ਉਹਨਾਂ ਨੂੰ ਕਹਿੰਦੇ B ਤੇ C ਲਿਖਣਾ ਹੁੰਦਾ ਹੈ। ਸਥਾਪਿਤ ਕਰੋ, ਮਤਲਬ ਇਸ ਫਿਗਰ ਦੇ ਵਿੱਚ ਦਿਖਾਓ। ਤਾਂ ਦੇਖੋ ਹੁਣ ਇਹ ਹੈਗਾ ਆਪਣੇ ਕੋਲੇ ਕੋਣ B, ਤਾਂ ਇਹਦੇ ਸਾਹਮਣੇ ਜਿਹੜੀ ਭੁਜਾ ਹੋਊਗੀ ਉਹ ਛੋਟੀ B। ਇਹ ਹੈਗਾ ਕੋਣ ਆਪਣੇ ਕੋਲੇ C, ਤਾਂ ਇਹਦੇ ਸਾਹਮਣੇ ਜਿਹੜੀ ਭੁਜਾ ਹੋਊਗੀ ਉਹਨੂੰ ਕਹਿਣਾ C। ਜਸਟ ਇੱਥੇ ਮਾਰਕ ਕਰਨਾ। ਸਮਝ ਲੱਗ ਗਈ ਜੀ ਸਾਰਿਆਂ ਨੂੰ? ਹੁਣ ਅਗਲਾ ਕੁਐਸਚਨ ਦੇਖੋ, ਤ੍ਰਿਭੁਜ ਦਾ ਖੇਤਰਫਲ ਕਹਿ ਰਿਹਾ ਉਹ ਫਿਗਰ ਦੇ ਅਕੋਰਡਿੰਗਲੀ। ਤ੍ਰਿਭੁਜ ਦਾ ਖੇਤਰਫਲ ਹੋ ਗਿਆ 1/2 ਗੁਣਾ BC, ਤਾਂ BC ਉਹਨੇ ਕੀ ਲਿਖਤਾ? ਆਧਾਰ। ਨਾਲ ਕੀ ਸੀ ਆਪਣੇ ਕੋਲੇ? ਪਹਿਲਾਂ ਪੜ੍ਹਿਆ ਸੀ ਜੀ, ਕੀ ਸੀ? ਲੰਬ। ਤਾਂ ਲੰਬ ਕਿਹੜਾ ਇੱਥੇ ਆਪਣੇ ਕੋਲ? ਲੰਬ ਹੈਗਾ ਜੀ ਆਪਣੇ ਕੋਲ AD। ਦੇਖੋ ਇਹ ਸਾਈਡ ਕਿਹੜੀ ਹੈ? AD। ਤੇ ਪੈਰੀਮੀਟਰ ਕੀ ਹੈ ਇਸ ਤ੍ਰਿਭੁਜ ਦਾ? A ਪਲੱਸ B ਪਲੱਸ C, ਤਿੰਨੇ ਭੁਜਾਵਾਂ ਦਾ ਜੋੜ। ਤਾਂ ਹੁਣ ਆਪਣੇ ਕੋਲੇ ਮੇਨ ਹੀਰੋਨਸ ਫਾਰਮੂਲੇ ਦੀ ਪਹਿਲੀ ਫਿਲਅਪ ਆਈ ਹੈ। ਤਾਂ ਹੀਰੋ ਦਾ ਸੂਤਰ ਕੀ ਹੁੰਦਾ? ਉਹਦੇ ਮੁਤਾਬਕ, ਹੀਰੋ ਦੇ ਸੂਤਰ ਮੁਤਾਬਕ ਜਿਹੜੀ S ਕੱਢਦੇ ਹਾਂ ਆਪਾਂ, ਉਹ ਕੀ ਹੁੰਦੀ ਹੈ? A ਪਲੱਸ B ਪਲੱਸ C/2। ਹੁਣੀ ਆਪਾਂ A ਪਲੱਸ B ਪਲੱਸ C ਨੂੰ ਕੀ ਕਿਹਾ ਸੀ? ਵੀ ਇਹ ਪੈਰੀਮੀਟਰ ਹੈ।
ਇਹ ਪਰਿਮਾਪ ਹੈ। ਤਾਂ ਜਿਹੜਾ ਐਸ ਹੈ ਪੰਜਾਬੀ ਦੇ ਵਿੱਚ ਹੁੰਦਾ ਕੀ ਹੈ, ਉਹ ਪਰਿਮਾਪ ਬਟੇ 2। ਦੇਖੋ ਕਲੀਅਰ ਹੋ ਗਿਆ ਨਾ। ਇਹ ਯਾਦ ਰੱਖਿਓ, ਇਹ ਕੁਐਸਚਨ ਇੰਪੋਰਟੈਂਟ ਹੈ, ਆ ਜਾਂਦਾ ਹੁੰਦਾ ਪੇਪਰ ਦੇ ਵਿੱਚ। ਜਾਂ ਤਾਂ ਉਹ ਸਾਈਡਾਂ ਦਾ ਜੋੜ ਬਟੇ 2 ਲਿਖਿਆ ਹੋਊਗਾ, ਜਾਂ ਫਿਰ ਉਹਨੂੰ ਆਪਾਂ ਲਿਖਣਾ ਹੈ ਪਰਿਮਾਪ ਬਟੇ 2, ਪੈਰੀਮੀਟਰ ਓਵਰ 2। ਦੇਸੀ ਭਾਸ਼ਾ 'ਚ, ਆਪਣੀ ਪੰਜਾਬੀ ਭਾਸ਼ਾ 'ਚ ਬੋਲੀਏ ਤਾਂ ਘੇਰੇ ਦਾ ਅੱਧ ਹੀ ਐਸ ਹੈ। ਠੀਕ ਹੈ, ਜਦੋਂ ਆਪਾਂ ਘੇਰੇ ਦਾ ਅੱਧਾ ਕਰ ਦਿੰਦੇ ਹਾਂ ਤਾਂ ਉਹ ਐਸ ਹੈ। ਅਗਲਾ ਦੇਖੋ, ਜੇਕਰ ਕਹਿੰਦੇ ਇੱਕ ਤ੍ਰਿਭੁਜ ਦੀਆਂ ਭੁਜਾਵਾਂ ਦਾ ਮਾਪ ABC ਹੈ ਤਾਂ ਹੀਰੋ ਦੇ ਸੂਤਰ ਅਨੁਸਾਰ ਫਾਰਮੂਲਾ ਕੀ ਹੋਊਗਾ? ਇਫ ਦ ਸਾਈਡਸ ਆਫ ਦ ਟ੍ਰਾਇੰਗਲ ਆਰ A, B ਐਂਡ C then ਅਕੋਰਡਿੰਗ ਟੂ ਹੀਰੋਨਸ ਫਾਰਮੂਲਾ ਏਰੀਆ ਆਫ ਟ੍ਰਾਇੰਗਲ ਕੀ ਹੋਊਗਾ? ਤਾਂ ਉਹਨੇ ਭਾਰੀ ਦਿੱਤਾ। ਦੇਖੋ S ਇਜ਼ ਇਕੁਅਲ ਟੂ ਨਾ, ਏਰੀਆ ਇਜ਼ ਇਕੁਅਲ ਟੂ S, S ਮਾਈਨਸ A, S ਮਾਈਨਸ B, S ਮਾਈਨਸ C ਦਾ ਵਰਗਮੂਲ। ਠੀਕ ਹੈ, ਜਿੱਥੇ S ਕੀ ਹੈ? ਪਰਿਮਾਪ ਦਾ ਅੱਧਾ। ਤਾਂ ਦੇਖੋ ਇਹ ਬੇਸਿਕ ਗੱਲਾਂ ਸੀ, ਇਹ ਸਾਰੀਆਂ ਤੁਹਾਨੂੰ ਸਮਝ ਆ ਗਈਆਂ। ਤਾਂ ਹੁਣ ਆਪਾਂ ਇਸ ਤੋਂ ਨੈਕਸਟ ਆਪਣਾ ਜਿਹੜਾ ਚੈਪਟਰ ਹੈ, ਕਿਹੜਾ ਚੈਪਟਰ ਹੈ ਦੇਖੋ ਤੁਹਾਡਾ ਇਸ ਸਤੰਬਰ ਦੇ ਵਿੱਚ? ਸੰਭਾਵਨਾ, 15ਵਾਂ ਚੈਪਟਰ। ਨਾਲ ਹੀ ਇਹਦੇ ਵੀ ਇੰਪੋਰਟੈਂਟ ਕੁਐਸਚਨਸ ਕਰ ਲੈਂਦੇ ਹਾਂ। ਫਸਟ ਦੇਖੋ, ਸਿੱਕੇ ਦੇ ਉਛਾਲਣ ਨੂੰ ਡੈਸ਼ ਕਿਹਾ ਜਾਂਦਾ ਹੈ। ਆਪਾਂ ਸਿੱਕਾ ਉਛਾਲ ਰਹੇ ਹਾਂ, ਇੱਕ ਟੌਸ ਕਰ ਰਹੇ ਹਾਂ ਕੋਇਨ, ਉਹਨੂੰ ਕੀ ਕਹਾਂਗੇ? ਹਾਂਜੀ, ਇਹਨਾਂ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਬੇਟਾ, ਟੌਸਿੰਗ ਦੇ ਕੋਇਨ ਨੂੰ ਇਕੁਅਲੀ ਲਾਈਕਲੀ ਇਵੈਂਟ। ਇਕੁਅਲੀ ਲਾਈਕਲੀ, ਠੀਕ ਹੈ। ਪੰਜਾਬੀ 'ਚ ਆਪਾਂ ਕਹਿੰਦੇ ਹੁੰਦੇ ਹਾਂ ਸੰਭਾਵੀ। ਕਿਉਂ ਕਹਿੰਦੇ ਹੁੰਦੇ ਆ ਬੇਟਾ? ਜਦੋਂ ਆਪਾਂ ਇੱਕ ਸਿੱਕਾ ਉਛਾਲਦੇ ਹਾਂ ਤਾਂ ਉਹਦੇ ਦੋ ਹੀ ਆਨਸਰ ਹੁੰਦੇ ਨੇ, ਇੱਕ ਹੈੱਡ ਇੱਕ ਟੇਲ। ਅਤੇ ਜੇ ਆਪਾਂ ਹੈੱਡ ਆਉਣ ਦੀ ਸੰਭਾਵਨਾ ਪਤਾ ਕਰਦੇ ਹਾਂ ਤਾਂ ਉਹ 1/2 ਹੁੰਦੀ ਹੈ। ਜੇ ਆਪਾਂ ਟੇਲ ਆਉਣ ਦੀ ਸੰਭਾਵਨਾ ਪਤਾ ਕਰਦੇ ਹਾਂ ਤਾਂ ਉਹ ਵੀ 1/2 ਹੁੰਦੀ ਹੈ। ਤਾਂ ਇਹਦਾ ਮਤਲਬ ਇਹਨਾਂ ਦੇ ਆਨਸਰ ਨੇ ਜਿਹੜੇ ਉਹ ਸੇਮ ਆਉਂਦੇ ਨੇ। ਇਸੇ ਕਰਕੇ ਜਦੋਂ ਆਪਾਂ ਕੋਈ ਮੈਚ ਸ਼ੁਰੂ ਕਰਦੇ ਹਾਂ, ਕੋਈ ਕ੍ਰਿਕਟ ਮੈਚ, ਕੋਈ ਹੋਰ ਮੈਚ ਜਿਹਦੇ ਵਿੱਚ ਸਿੱਕਾ ਉਛਾਲਣ ਦੀ ਲੋੜ ਪੈਂਦੀ ਹੈ, ਤਾਂ ਉੱਥੇ ਆਪਾਂ ਸਿੱਕਾ ਹੀ ਉਛਾਲਦੇ ਹਾਂ। ਉੱਥੇ ਆਪਾਂ ਲੂਡੋ ਦੀ ਗੀਟੀ ਲੈ ਕੇ ਨਹੀਂ ਜਾਂਦੇ, ਉੱਥੇ ਆਪਾਂ ਕੋਈ ਹੋਰ ਚੀਜ਼ ਲੈ ਕੇ ਨਹੀਂ ਜਾਂਦੇ, ਕਿਉਂਕਿ ਜਿਹੜਾ ਸਿੱਕਾ ਹੈ ਬੇਟੇ ਉਹਦੇ ਹੈੱਡ ਜਾਂ ਟੇਲ ਆਉਣ ਦੇ ਜਿਹੜੇ ਚਾਂਸਿਸ ਨੇ ਉਹ 50-50 ਨੇ, ਬਰਾਬਰ ਨੇ। ਠੀਕ ਹੈ ਜੀ, ਹੁਣ ਇਹ ਗੱਲ ਕਲੀਅਰ ਹੋ ਗਈ ਤੁਹਾਨੂੰ। ਅੱਗੇ ਸੰਭਾਵੀ ਪਰਿਣਾਮ, ਸਿੱਕੇ ਨੂੰ ਉਛਾਲਣ 'ਤੇ ਡੈਸ਼ ਅਤੇ ਡੈਸ਼ ਮਿਲੇ ਹਨ। ਦਾ ਪੋਸੀਬਲ ਆਊਟਕਮਸ ਆਫ ਟੌਸਿੰਗ ਏ ਕੋਇਨ। ਮੈਨੂੰ ਇੱਕ ਮਿੰਟ ਜ਼ੂਮ ਕਰਾਂ ਥੋੜ੍ਹਾ ਜਿਹਾ, ਹੈ ਨਾ। ਹਾਂਜੀ, ਹੁਣ ਕਲੀਅਰ ਦਿਖ ਰਿਹਾ ਹੈ। ਤਾਂ ਕਹਿੰਦੇ ਕੀ ਆਉਂਦਾ ਜੀ? ਹੁਣ ਆਪਣੇ ਕੋਲ ਜਦੋਂ ਆਪਾਂ ਸਿੱਕਾ ਉਛਾਲਦੇ ਹਾਂ ਤਾਂ ਜਾਂ ਤਾਂ ਹੈੱਡ ਆਉਂਦਾ ਰਾਜੇ ਜਾਂ ਟੇਲ ਆਉਂਦਾ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਹੁੰਦੇ ਚਿੱਤ ਜਾਂ ਪੱਟ। ਹੁਣ ਪੰਜਾਬੀ ਵਾਲੀ ਲਾਈਨ 'ਚ ਲਿਖਣੇ ਸੀ, ਹੈ ਨਾ, ਇੰਗਲਿਸ਼ ਵਾਲੀ ਲਾਈਨ 'ਚ। ਪਾਸੇ ਨੂੰ ਸੁੱਟਣ 'ਤੇ ਸੰਭਾਵੀ ਪਰਿਣਾਮ ਡੈਸ਼ ਆਉਂਦੇ ਹਨ। ਪੋਸੀਬਲ ਆਊਟਕਮਸ ਆਫ ਰੋਲਿੰਗ ਏ ਡਾਈ। ਜਦੋਂ ਆਪਾਂ ਲੂਡੋ ਦੀ ਗੀਟੀ ਨੂੰ ਉਛਾਲਦੇ ਹਾਂ ਤਾਂ ਆਪਣੇ ਕੋਲੇ ਆਨਸਰਸ ਕਿਹੜੇ ਆ ਸਕਦੇ ਨੇ? 1 2 3 4 5 6। ਕਲੀਅਰ ਹੈ ਜੀ। ਨੈਕਸਟ, ਸੰਭਾਵਨਾ ਦਾ ਫਾਰਮੂਲਾ ਪੂਰਾ ਕਰਨਾ ਹੈ। ਅਨੁਭਾਵਿਕ ਸੰਭਾਵਨਾ ਜਾਂ ਇਕੱਲੀ ਸੰਭਾਵਨਾ ਜਾਂ P ਆਫ E ਮਤਲਬ ਪ੍ਰੋਬੇਬਿਲਿਟੀ ਆਫ ਐਨ ਇਵੈਂਟ E। ਤਾਂ ਕਿਹਦੇ ਬਰਾਬਰ ਹੁੰਦਾ? ਉੱਪਰ ਆਪਾਂ ਕੀ ਲਿਖਦੇ ਹੁੰਦੇ ਹਾਂ ਫਾਰਮੂਲੇ ਦੇ ਵਿੱਚ? ਅਨੁਕੂਲ ਪਰਿਣਾਮਾਂ ਦੀ ਗਿਣਤੀ। ਇੰਗਲਿਸ਼ ਦੇ ਵਿੱਚ ਕੀ ਲਿਖਦੇ ਹੁੰਦੇ ਆ? ਫੇਵਰੇਬਲ ਆਊਟਕਮਸ। ਨੀਚੇ ਆਪਾਂ ਲਿਖਦੇ ਹੁੰਦੇ ਆ ਟੋਟਲ ਨੰਬਰ ਆਫ ਟਰਾਇਲਸ, ਜਾਂ ਕੋਸ਼ਿਸ਼ਾਂ ਦੀ ਕੁੱਲ ਗਿਣਤੀ ਜਾਂ ਪਰਿਣਾਮਾਂ ਦੀ ਕੁੱਲ ਗਿਣਤੀ। ਠੀਕ ਹੈ ਜੀ। ਤਾਂ ਫਾਰਮੂਲਾ ਨੂੰ ਵੀ ਚੰਗੀ ਤਰ੍ਹਾਂ ਯਾਦ ਰੱਖਣਾ, ਇਹਦੇ ਨਾਲ ਵੀ ਆਪਣੇ 1 ਮਾਰਕਸ ਕੁਐਸਚਨ ਬਣ ਸਕਦੇ ਨੇ। ਅਗਲਾ ਦੇਖੋ, ਸੰਭਾਵਨਾ ਹਮੇਸ਼ਾ ਡੈਸ਼ ਅਤੇ ਡੈਸ਼ ਦੇ ਵਿਚਕਾਰ ਹੁੰਦੀ ਹੈ। ਦਾ ਪ੍ਰੋਬੇਬਿਲਿਟੀ ਆਲਵੇਜ਼ ਲਾਈਜ਼ ਬਿਟਵੀਨ ਡੈਸ਼ ਐਂਡ ਡੈਸ਼। ਤਾਂ ਸੰਭਾਵਨਾ ਬੇਟੇ ਹਮੇਸ਼ਾ 0 ਔਰ 1 ਦੇ ਵਿਚਾਲੇ ਹੁੰਦੀ ਹੈ। ਠੀਕ ਹੈ, ਤਾਂ ਹੁਣ ਇਹ ਵੀ ਯਾਦ ਰੱਖੋ ਕਿ ਜਿਹਦੇ ਸੰਭਾਵਨਾ 0 ਆ ਜਾਂਦੀ ਹੈ ਉਹਨੂੰ ਆਪਾਂ ਅਸੰਭਵ ਘਟਨਾ ਕਹਿੰਦੇ ਹੁੰਦੇ ਹਾਂ, ਅਤੇ ਜਿਹਦੀ ਸੰਭਾਵਨਾ 1 ਆ ਜਾਂਦੀ ਹੈ ਉਹਨੂੰ ਆਪਾਂ ਨਿਸ਼ਚਿਤ ਘਟਨਾ ਕਹਿੰਦੇ ਹੁੰਦੇ ਹਾਂ। ਠੀਕ ਹੈ, 0 ਵਾਲੇ ਨੂੰ ਇੰਪੋਸੀਬਲ ਇਵੈਂਟ ਅਤੇ 1 ਵਾਲੇ ਨੂੰ ਸ਼ਿਓਰ ਇਵੈਂਟ। ਠੀਕ ਹੈ ਜੀ, ਇਹ ਨਾਲ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਦੇਖੋ, ਪਾਸੇ ਨੂੰ ਸੁੱਟਣ 'ਤੇ 7 ਦੇ ਆਉਣ ਦੀ ਸੰਭਾਵਨਾ ਡੈਸ਼ ਹੁੰਦੀ ਹੈ। ਦਾ ਪ੍ਰੋਬੇਬਿਲਿਟੀ ਆਫ ਗੈਟਿੰਗ 7 ਵੈਨ ਏ ਡਾਈ ਇਜ਼ ਰੋਲਡ। ਹੁਣ ਦੇਖੋ, ਹੁਣੀ ਆਪਾਂ ਕੁਐਸਚਨ ਕੀਤਾ ਸੀ ਕਿ ਜਦੋਂ ਆਪਾਂ ਸਿੱਕਾ ਉਛਾਲਦੇ ਹਾਂ ਤਾਂ ਉਹਦੇ ਰਿਜ਼ਲਟਸ ਕਿੰਨੇ ਹੁੰਦੇ ਨੇ? 6 ਰਿਜ਼ਲਟਸ ਆਉਂਦੇ ਨੇ ਉਹਦੇ ਉੱਪਰ। ਇਹ ਆਪਣੇ ਤੋਂ ਕੀ ਪੁੱਛ ਰਿਹਾ ਹੈ ਕਿ 7 ਆਉਣ ਦੀ ਕੀ ਸੰਭਾਵਨਾ? ਤਾਂ 7 ਤਾਂ ਆ ਹੀ ਨਹੀਂ ਸਕਦਾ, ਇਹ ਇੰਪੋਸੀਬਲ ਇਵੈਂਟ ਹੈ। ਇਸ ਕਰਕੇ ਇਹਦੀ ਜਿਹੜੀ ਸੰਭਾਵਨਾ ਉਹ ਕਿੰਨੀ ਹੋਊਗੀ? 0।
ਸਿੱਕੇ ਨੂੰ ਉਛਾਲਣ ਤੇ ਚਿੱਤ ਜਾਂ ਪੱਟ ਦੇ ਆਉਣ ਦੀ ਸੰਭਾਵਨਾ ਕੀ ਹੁੰਦੀ ਹੈ? ਦ ਪ੍ਰੋਬੇਬਿਲਿਟੀ ਆਫ ਗੈਟਿੰਗ ਹੈਡ ਔਰ ਟੇਲ ਇਨ ਟੌਸਿੰਗ ਏ ਕੋਇਨ। ਇਕੱਠਾ ਹੀ ਪੁੱਛਿਆ ਨਾ, ਕਿਉਂਕਿ ਆਪਾਂ ਹੁਣੀ ਕਰਕੇ ਚੁੱਕੇ ਹਾਂ। ਇਕੁਅਲੀ ਲਾਈਕਲੀ ਨੇ, ਇਹਨਾਂ ਦੇ ਆਨਸਰ ਸੇਮ ਹੁੰਦੇ ਨੇ। ਤਾਂ ਸਿੱਕੇ ਨੂੰ ਉਛਾਲਣ ਤੇ ਚਿੱਤ ਆਉਣ ਦੀ ਸੰਭਾਵਨਾ ਵੀ 1/2 ਹੈ ਤੇ ਪੱਟ ਆਉਣ ਦੀ ਸੰਭਾਵਨਾ ਵੀ 1/2 ਹੈ। ਅਗਲਾ ਕੁਐਸਚਨ ਦੇਖੋ, ਇਹਨੇ ਨੇ ਕਿਹਾ ਵੀ ਆਪਾਂ ਸਿੱਕੇ ਨੂੰ 1000 ਵਾਰ ਉਛਾਲ ਲਿਆ ਤੇ ਜੇਕਰ 455 ਵਾਰੀ ਤਾਂ ਉਹਦੇ ਤੇ ਹੈਡ ਆ ਰਿਹਾ ਹੈ, ਠੀਕ ਹੈ, ਤੇ 545 ਵਾਰੀ ਉਹਦੇ ਤੇ ਟੇਲ ਆ ਰਿਹਾ ਹੈ, ਤਾਂ ਪੱਟ ਆਉਣ ਦੀ ਸੰਭਾਵਨਾ ਕੀ ਹੈ? ਟੇਲ ਆਉਣ ਦੀ ਸੰਭਾਵਨਾ ਕੀ ਹੈ? ਤਾਂ ਬੇਟੇ ਫਾਰਮੂਲੇ ਤੇ ਧਿਆਨ ਦਿਓ। ਉੱਪਰਲੇ ਪਾਸੇ ਆਪਾਂ ਲਿਖਦੇ ਹੁੰਦੇ ਆ ਜੋ ਅਨੁਕੂਲ ਚਾਹੀਦੇ ਨੇ, ਓਵਰ 'ਚ ਆਪਾਂ ਲਿਖਦੇ ਹੁੰਦੇ ਆ ਕੁੱਲ। ਤਾਂ ਆਪਾਂ ਨੂੰ ਪੁੱਛਿਆ ਗਿਆ ਟੇਲ, ਤਾਂ ਟੇਲ ਕਿੰਨੀ ਵਾਰੀ ਆ ਰਿਹਾ ਹੈ? 545 ਵਾਰੀ। ਇਹਦਾ ਆਨਸਰ ਆਊਗਾ 545/1000, ਕਿਉਂਕਿ ਓਵਰ 'ਚ ਤਾਂ ਆਪਾਂ ਹਮੇਸ਼ਾ ਟੋਟਲ ਹੀ ਲਿਖਣਾ ਹੈ। ਨੈਕਸਟ ਕੁਐਸਚਨ, ਸੰਭਾਵਨਾ ਕਦੇ ਵੀ ਡੈਸ਼ ਤੋਂ ਵੱਡੀ ਨਹੀਂ ਹੋ ਸਕਦੀ। ਦਾ ਪ੍ਰੋਬੇਬਿਲਿਟੀ ਕੈਨ ਨੋਟ ਬੀ ਮੋਰ ਦੈਨ 1। ਤਾਂ ਇੱਕ ਤੋਂ ਜ਼ਿਆਦਾ ਕਦੇ ਵੀ ਨਹੀਂ ਹੋ ਸਕਦੀ, ਤੇ 0 ਤੋਂ ਘੱਟ ਵੀ ਨਹੀਂ ਹੋ ਸਕਦੀ। 0 ਤੋਂ ਘੱਟ ਵੀ ਨਹੀਂ ਹੋ ਸਕਦੀ। ਸਾਰੀਆਂ ਗੱਲਾਂ ਨਾਲ ਨਾਲ ਯਾਦ ਰੱਖਣੀਆਂ ਨੇ। ਇਕੱਲਾ ਜਿਹੜਾ ਕੁਐਸਚਨ ਆ ਗਿਆ ਉਹਦੇ ਤੇ ਹੀ ਸਟਿਕ ਨਹੀਂ ਰਹਿਣਾ, ਉਹਨੂੰ ਰੱਟਾ ਨਹੀਂ ਲਾਉਣਾ, ਬਾਕੀ ਸਭ ਵੀ ਯਾਦ ਹੋਣੇ ਚਾਹੀਦੇ ਨੇ। ਅਗਲਾ ਦੇਖੋ, ਇਹ ਤੁਹਾਡੀ ਬੁੱਕ ਦੀ ਟਾਈਪ ਦਾ ਹੀ ਕੁਐਸਚਨ ਹੈ। ਇਹਨੇ ਕਿਹਾ ਇੱਕ ਡਾਈ ਜਿਹੜੀ ਹੈ 1000 ਵਾਰ ਸਿੱਟੀ ਆਪਾਂ, ਤਾਂ ਇਹਦਾ ਮਤਲਬ ਇਹ ਜਿਹੜੇ 12 ਤਾਂ ਇਹਦਾ ਜੋੜ 1000 ਆਊਗਾ। ਵਿਦ ਦਾ ਫਰੀਕੁਐਂਸੀਜ਼ ਫॉर ਦਾ ਆਊਟਕਮਸ 1 2 3 4 5 6 ਵੀ ਕਿੰਨੀ ਵਾਰ ਆ ਗਈਆਂ ਇਹ 1000 ਦੇ ਵਿੱਚੋਂ। ਤਾਂ ਪ੍ਰੋਬੇਬਿਲਿਟੀ ਆਪਾਂ ਕਾਹਦੀ ਕੱਢਣੀ ਹੈ? ਗੈਟਿੰਗ ਈਚ ਆਊਟਕਮ, ਹਰੇਕ ਜਿਹੜਾ ਪਰਿਣਾਮ ਹੈ ਉਹਦੀ ਪ੍ਰੋਬੇਬਿਲਿਟੀ ਆਪਾਂ ਫਾਈਂਡ ਕਰਨੀ ਹੈ। ਤਾਂ ਦੇਖੋ, ਜੇ ਆਪਾਂ ਪ੍ਰੋਬੇਬਿਲਿਟੀ ਕੱਢਦੇ ਹਾਂ 1 ਆਉਣ ਦੀ, ਤਾਂ 1 ਕਿੰਨੀ ਵਾਰੀ ਆ ਰਿਹਾ ਹੈ? 179 ਵਾਰੀ। ਓਵਰ ਟੋਟਲ ਕਿੰਨਾ ਹੈ? 1000। P2 ਕਿੰਨੀ ਵਾਰੀ ਆ ਰਿਹਾ ਹੈ? 150 ਵਾਰੀ। ਕਿੰਨਿਆਂ ਚੋਂ? 1000 ਚੋਂ। ਇਹਦੇ 'ਚ ਆਪਾਂ 0 ਕਟਾ ਸਕਦੇ ਹਾਂ। 15 ਤੇ 100 ਵੀ ਤੁਸੀਂ ਕਟਾ ਸਕਦੇ ਹੋ 5 ਦੇ ਟੇਬਲ 'ਤੇ। P3 ਕਿੰਨਾ ਆ ਰਿਹਾ ਹੈ? 157/1000। P4 ਕਿੰਨਾ ਆਊਗਾ ਆਪਣੇ ਕੋਲੇ? 149/1000। P5 is 175/1000। P6 is 190/1000। ਠੀਕ ਹੈ ਜੀ, ਇਹ ਕਲੀਅਰ ਹੋ ਗਿਆ। ਸਾਰੀ ਪਰਿਣਾਮਾਂ ਦੇ ਆਪਾਂ ਨੂੰ ਪੁੱਛਿਆ ਸੀ ਵੀ ਜਿੰਨੇ ਵੀ ਇਹਦੇ ਆਊਟਕਮ ਹੈਗੇ ਨੇ ਸਭ ਦੀ ਪ੍ਰੋਬੇਬਿਲਿਟੀ ਕੱਢੋ। ਆਪਾਂ 6 ਦੇ 6 ਆਊਟਕਮਸ ਦੀ ਪ੍ਰੋਬੇਬਿਲਿਟੀ ਕੱਢਤੀ। ਠੀਕ ਹੈ ਜੀ, ਅਗਲੇ ਸਮ ਤੇ ਚੱਲੀਏ। ਅਗਲਾ ਸਮ ਦੇਖੋ, ਇਹਦੇ 'ਚ ਇਹਨੇ ਕਿਹਾ ਦੋ ਸਿੱਕਿਆਂ ਨੂੰ ਇਕੱਠੇ 500 ਵਾਰ ਉਛਾਲਿਆ, ਤਾਂ ਟੋਟਲ ਕਿੰਨਾ ਹੈ? 500। ਤਾਂ ਉਹਦੇ 'ਚ ਦੋ ਹੈੱਡ ਕਿੰਨੇ ਮਿਲਦੇ ਨੇ ਆਪਾਂ ਨੂੰ? 105 ਵਾਰੀ, ਤੇ ਇੱਕ ਹੈੱਡ 275 ਵਾਲੀ। ਕੋਈ ਵੀ ਹੈੱਡ ਨਹੀਂ, ਤਾਂ ਆਪਾਂ ਨੂੰ 120 ਵਾਰੀ। ਕੋਈ ਵੀ ਹੈੱਡ ਨਹੀਂ ਮਤਲਬ ਦੋਨੋਂ ਵਾਰੀ ਟੇਲ ਹੀ ਮਿਲਦੀ ਹੈ। ਤਾਂ ਇਸ ਸਮ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਬੇਟਾ ਪਹਿਲਾਂ ਦੇਖੋ ਇਹਦੇ ਪੋਸੀਬਲ ਆਊਟਕਮਸ ਆਉਣਗੇ ਕੀ। ਜਦੋਂ ਆਪਾਂ ਦੋ ਸਿੱਕੇ ਉਛਾਲਾਂਗੇ ਤਾਂ ਦੋਨਾਂ 'ਤੇ ਹੈੱਡ ਆ ਸਕਦਾ, ਇੱਕ 'ਤੇ ਹੈੱਡ ਇੱਕ 'ਤੇ ਟੇਲ ਆ ਸਕਦਾ, ਟੇਲ ਪਹਿਲੀ ਥਾਂ 'ਤੇ ਆ ਸਕਦਾ, ਦੋਨੋਂ ਵਾਰੀ ਟੇਲ ਹੋ ਸਕਦਾ। ਠੀਕ ਹੈ, ਤਾਂ ਇਹਨੇ ਉਹਨਾਂ ਨੂੰ 500 ਵਾਰ ਉਛਾਲ ਲਿਆ। ਹੁਣ ਪ੍ਰੋਬੇਬਿਲਿਟੀ ਕਿਹਦੀ ਕੱਢਣੀ ਹੈ? ਹਰੇਕ ਘਟਨਾ ਦੇ ਘਟਣ ਦੀ। ਫਾਈਂਡ ਦਾ ਪ੍ਰੋਬੇਬਿਲਿਟੀ ਆਫ ਅਕਰੈਂਸ ਆਫ ਈਚ ਆਫ ਦੀਜ਼ ਇਵੈਂਟਸ। ਤਾਂ ਆਪਾਂ ਪ੍ਰੋਬੇਬਿਲਿਟੀ ਸਭ ਤੋਂ ਪਹਿਲਾਂ ਕਿਹਦੀ ਕੱਢਦੇ ਹਾਂ? ਦੋ ਹੈੱਡ ਦੇ ਮਿਲਣ ਦੀ। ਦੋ ਹੈੱਡ ਕਿੰਨੀ ਵਾਰੀ ਆਉਂਦੇ ਨੇ? 105 ਵਾਰੀ। ਕਿੰਨੇ ਰਿਜ਼ਲਟਸ ਦੇ ਵਿੱਚੋਂ? 500 ਦੇ ਵਿੱਚੋਂ। ਅਗਲੀ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਕਾਹਦੀ ਹੈ? 1 ਹੈੱਡ ਦੀ। ਤਾਂ 1 ਹੈੱਡ ਆਪਣੇ ਕੋਲ ਕਿੰਨੀ ਵਾਰ ਆਉਂਦਾ ਹੈ? 275 ਵਾਰ। ਓਵਰ ਕਿੰਨਾ ਆਊਗਾ? 500। ਲਾਸਟ ਜਿਹੜਾ ਹੈਗਾ ਆਪਣੇ ਕੋਲ ਆਊਗਾ ਪ੍ਰੋਬੇਬਿਲਿਟੀ ਆਫ ਨੋ ਹੈੱਡ। ਬੇਟਾ ਇਹ ਤੁਹਾਡੀ ਸੰਭਾਵਨਾ ਵਾਲੀ ਵਰਕਸ਼ੀਟ ਵੀ ਪੂਰੀ ਹੋ ਜੂਗੀ। ਠੀਕ ਹੈ, ਤਾਂ ਉਹ ਤੁਸੀਂ ਵਰਕਸ਼ੀਟ ਜਿਹੜੀ ਹੈਗੀ ਹੈ ਪੂਰੀ ਕਰ ਸਕਦੇ ਹੋ ਇਹਦੇ ਵੀਡੀਓ ਦੀ ਸਹਾਇਤਾ ਨਾਲ। ਠੀਕ ਹੈ, ਅਗਲਾ ਕੁਐਸਚਨ ਦੇਖੋ, ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਮੇਰੀ ਪ੍ਰੋਬੇਬਿਲਿਟੀ ਵਾਲੀ ਵੀਡੀਓ ਦੇ ਵਿੱਚ ਵੀ ਐਕਸਪਲੇਨ ਚੰਗੀ ਤਰ੍ਹਾਂ ਕੀਤਾ ਹੋਇਆ। ਦੇਖੋ, ਆਟੇ ਦੀਆਂ ਆਪਣੇ ਕੋਲੇ 11 ਥੈਲੀਆਂ ਨੇ, ਤੇ ਇਹਦਾ ਮਤਲਬ ਟੋਟਲ ਤਾਂ 11 ਪਤਾ ਲੱਗ ਗਿਆ। ਸਭ ਦੇ ਉੱਪਰ 5 ਕਿਲੋਗ੍ਰਾਮ ਲਿਖਿਆ ਹੋਇਆ। ਠੀਕ ਹੈ, ਈਚ ਜਿਹੜਾ ਬੈਗ ਹੈ ਮਾਰਕਡ ਵਿਦ 5 kg ਐਕਚੁਅਲੀ ਕੰਟੇਨਿੰਗ ਦਾ ਫੋਲੋਇੰਗ ਵੇਟਸ ਦਾ, ਪਰ ਅਸਲ ਵਿੱਚ ਉਹਦੇ ਵਿੱਚ ਹੇਠ ਲਿਖਿਆ ਜਿਹੜਾ ਲਿਖਿਆ ਇੰਨਾ ਵੇਟ ਹੈ। ਵੀ ਹਰੇਕ ਤੇ 5 ਨਹੀਂ ਹੈਗਾ, ਹਰੇਕ ਦੇ ਵਿੱਚ ਉੱਪਰ ਲਿਖਿਆ ਸਭ ਤੇ 5 ਹੈ। ਅਚਾਨਕ ਚੁਣੀ ਗਈ ਇੱਕ ਥੈਲੀ ਵਿੱਚ 5 ਕਿਲੋ ਤੋਂ ਵੱਧ ਆਟਾ ਹੋਣ ਦੀ ਕੀ ਸੰਭਾਵਨਾ ਹੈ? ਫਾਈਂਡ ਦਾ ਪ੍ਰੋਬੇਬਿਲਿਟੀ ਦੈਟ ਐਨੀ ਆਫ ਦੀਜ਼ ਬੈਗਸ ਚੂਜ਼ਨ ਐਟ ਰੈਂਡਮ ਕੰਟੇਨ ਮੋਰ ਦੈਨ 5 kg। ਤਾਂ ਪਹਿਲਾਂ ਆਪਾਂ ਮੋਰ ਦੈਨ 5 kg ਵਾਲੇ ਚੁਣ ਲਓ ਇਹਦੇ ਵਿੱਚੋਂ।
देखो जी मोर दैन 5 kg इस च है, इस च भी है, इस च भी है, इस विच भी है, इस विच भी है, दिस वन इज़ ऑल्सो, दिस वन इज़ ऑल्सो। देखो किन्ने लभे ने आपां नूं जिहदे विच 5 किलो तो वध आटा है, 1 2 3 4 5 6 7, तो इहदी प्रोबेबिलिटी की होगी भी 5 kg तो ज़्यादा आटा होण दी। तो ये आऊगा बेटा 7/11, क्योंकि उपर तो आपां नूं फेवरेबल इवेंट्स चाहिए ने, बटे च आपां नूं कुल इवेंट्स चाहिए ने। ठीक है राजे, समझ आ गया है क्वेश्चन। तो अज की अपनी इस वीडियो का लास्ट क्वेश्चन देखो, इंपॉर्टेंट ने भी। ਜਦੋਂ ਕਹਿੰਦੇ ਇੱਕ ਪਾਸੇ ਨੂੰ ਇੱਕੋ ਵਾਰੀ ਸੁੱਟਿਆ, ਇਹ ਡਾਈ ਇਜ਼ ਰੋਲਡ ਵੰਸ, ਤਾਂ ਪਾਸੇ ਉੱਤੇ ਅਪਾਹਜ ਸੰਖਿਆ ਆਉਣ ਦੀ ਸੰਭਾਵਨਾ ਕੀ ਹੈ? ਪ੍ਰੋਬੇਬਿਲਿਟੀ ਆਫ ਗੈਟਿੰਗ ਪ੍ਰਾਈਮ ਨੰਬਰ। ਤਾਂ ਰਾਜੇ ਆਪਣੇ ਕੋਲ ਜਦੋਂ ਆਪਾਂ ਇੱਕ ਡਾਈ ਉਛਾਲਦੇ ਹਾਂ, ਲੁੱਡੋ ਦੀ ਗੀਟੀ ਉਛਾਲਦੇ ਹਾਂ, ਤਾਂ ਆਪਣੇ ਕੋਲ 6 ਰਿਜ਼ਲਟਸ ਹੁੰਦੇ ਨੇ। ਇਹਦਾ ਮਤਲਬ ਇਹਦੇ ਜਿਹੜਾ ਓਵਰ 'ਚ ਆਊਗਾ ਉਹ 6 ਹੋਊਗਾ। ਤਾਂ ਇਹਦੇ ਵਿੱਚੋਂ ਅਪਾਹਜ ਕਿਹੜੇ ਕਿਹੜੇ ਨੇ? ਅਪਾਹਜ ਹੈਗੇ ਨੇ ਰਾਜੇ 2 3 ਤੇ 5। ਅਪਾਹਜ ਸੰਖਿਆਵਾਂ ਹੁੰਦੀਆਂ ਕਿਹੜੀਆਂ ਨੇ? ਜਿਹੜੀਆਂ ਕਿਸੇ ਵੀ ਟੇਬਲ 'ਤੇ ਨਹੀਂ ਜਾਂਦੀਆਂ, ਸਿਰਫ ਆਪਣੇ ਟੇਬਲ 'ਤੇ ਜਾਂਦੀਆਂ ਨੇ, ਜਾਂ ਕਹਿ ਲਓ ਜਿਨ੍ਹਾਂ ਦੇ 2 ਹੀ ਗੁਣਨਖੰਡ ਹੁੰਦੇ ਨੇ, ਇੱਕ ਤੇ ਸੰਖਿਆ ਆਪ, 1 ਐਂਡ ਦਾ ਨੰਬਰ ਇਟਸੈਲਫ। ਤਾਂ ਇਹ ਕਿੰਨੇ ਲੱਭ ਗਏ ਆਪਾਂ ਨੂੰ? 3। ਤਾਂ ਇਹਦੀ ਪ੍ਰੋਬੇਬਿਲਿਟੀ ਕੀ ਆ ਜਾਊਗੀ? 1/2। ਅਗਲਾ ਕੁਐਸਚਨ, ਘਟਨਾ ਈ ਦੀ ਸੰਭਾਵਨਾ ਪਲੱਸ ਘਟਨਾ ਈ ਨਹੀਂ ਦੀ ਸੰਭਾਵਨਾ ਬਰਾਬਰ 1 ਹੁੰਦੀ ਹੈ? ਤੁਸੀਂ ਕਹੋਗੇ ਯੈਸ। ਇਹ ਆਪਾਂ ਬੇਟਾ 10th ਕਲਾਸ ਦੇ ਵਿੱਚ ਇਸ ਰੂਲ ਨਾਲ ਕਈ ਸਾਰੇ ਸਮ ਵੀ ਸੋਲਵ ਕਰਾਂਗੇ ਕਿ ਪ੍ਰੋਬੇਬਿਲਿਟੀ ਆਫ ਈ ਮਤਲਬ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਪਲੱਸ ਉਸ ਦੇ ਨਾ ਹੋਣ ਦੀ ਸੰਭਾਵਨਾ ਦਾ ਜੋੜ ਕਿੰਨਾ ਹੁੰਦਾ? 1। ਤਾਂ ਮੈਨੂੰ ਆਸ ਹੈ ਬੇਟਾ ਤੁਹਾਨੂੰ ਇਹ 12ਵੇਂ ਔਰ 15ਵੇਂ ਚੈਪਟਰ ਦੇ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਮਿਲਦੇ ਹਾਂ ਆਪਾਂ ਬੇਟਾ ਨੈਕਸਟ ਵੀਡੀਓ ਦੇ ਵਿੱਚ, ਜਿਹਦੇ ਵਿੱਚ ਮੈਂ MCQs ਦੇ ਇਹਨਾਂ ਸਾਰੇ ਜਿਹੜੇ ਤੁਹਾਡੇ ਚੈਪਟਰਸ ਆਉਣੇ ਨੇ ਉਹਨਾਂ ਦੇ MCQs ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ। ਠੀਕ ਹੈ ਬੱਚੇ, ਤਦ ਤੱਕ ਲਈ ਬਾਏ ਬੱਚੇ।